खालसा वाहिगुरु जी की फतेह। परम सन्मान योग सत्कार योग गुरु सवारी गुरु प्यारी गुरु का खास रूप खालसा साध संगत जियो। सतगुਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਸਤਿਗੁਰੂ ਗਰੀਬ ਨਵਾਜ ਦਾਤਾਰ ਪ੍ਰਭੂ ਜੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਹਾਜ਼ਰੀਨ ਹੋ ਕਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੋਦ ਦਾ ਆਨੰਦ ਮਾਣਦਿਆਂ ਹੋਇਆਂ ਧੁਰ ਦਰਗਾਹੀ ਬਚਨਾਂ ਨੂੰ ਪੜ੍ਹਦੇ ਸੁਣਦੇ ਆ ਰਹੇ ਹਾਂ। ਕਿਰਪਾਲੂ ਦਿਆਲੂ ਸਤਿਗੁਰੂ ਜੀ ਸਾਡੇ ਤੇ ਮਿਹਰਬਾਨੀ ਕਰਦਿਆਂ ਸਾਨੂੰ ਗੁਰਮਤ ਦਾ ਮਾਰਗ ਦਰਸਾਉਂਦੇ ਨੇ। ਉਹ ਗੁਰਮਤ ਦਾ ਮਾਰਗ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜੋ ਗੁਰੂ ਤੋਂ ਬੋਲ ਪ੍ਰਾਪਤ ਕੀਤੇ ਨੇ, ਉਹਨਾਂ ਨੂੰ ਆਪਣੀ ਰਸਨਾ ਦੇ ਦੁਆਰਾ ਆਪਣੀ ਰਚਨਾ ਦੇ ਅੰਦਰ ਅੰਕਿਤ ਕੀਤਾ ਹੈ। ਉਹ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ 30ਵੀਂ ਵਾਰ ਦੇ ਅੰਦਰ ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾਉਂਦੇ ਨੇ ਗੁਰਮੁਖਾਂ ਦਾ ਜੀਵਨ ਕਿਹੋ ਜਿਹਾ ਹੈ, ਮਨਮੁਖ ਕਿਹੋ ਜਿਹੇ ਜੀਵਨ ਵਾਲੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਹੋਏ ਵਿਵਾਹੀਐ ਦੋਹੀਂ ਬਲੀ ਮਿਲ ਮੰਗਲ ਚਾਰਾ। ਸੰਸਾਰ ਦੇ ਅੰਦਰ ਜੀਵਨ ਬਸਰ ਕਰਦਿਆਂ ਗੁਰਮੁਖਾਂ ਨੂੰ ਪਰਵਰਸ਼ ਵਿੱਚ ਗੁਰੂ ਦੀ ਮੱਤ ਪ੍ਰਾਪਤ ਹੋਈ ਹੈ। ਉਸ ਮੱਤ ਦੇ ਅਨੁਸਾਰ ਚੱਲਦਿਆਂ ਜੀਵਨ ਜਿਹੜਾ ਹੈ ਵਡੇਰਾ ਹੋਇਆ। ਮਾਂ ਬਾਪ ਨੇ ਉਪਰਾਲਾ ਕਰਕੇ ਆਪਣੇ ਪੁੱਤਰ ਦਾ ਆਪਣੀ ਧੀ ਦਾ ਵਿਵਾਹ ਕੀਤਾ ਹੈ ਤੇ ਦੋਨਾਂ ਦੇ ਵਿਵਾਹ ਹੋਣ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਗੁਰਮੁਖਾਂ ਦਾ ਗੁਰਮੁਖਾਂ ਵਾਲਾ ਵਿਵਾਹ ਰਚਿਆ ਗਿਆ, ਗੁਰਮੁਖਤਾਈ ਵਾਲਾ। ਉਸ ਦੇ ਅੰਦਰ ਦੋਹੀਂ ਵੱਲੀ ਦੋਨਾਂ ਵੱਲੋਂ ਮਿਲ ਮੰਗਲ ਚਾਰਾ। ਬੜੇ ਖੁਸ਼ੀ ਦੇ ਨਾਲ ਗੁਰੂ ਦਾ ਸ਼ੁਕਰਾਨਾ ਕੀਤਾ ਗਿਆ, ਗੁਰੂ ਗੁਰੂ ਜਪਿਆ ਗਿਆ। ਕੋਈ ਮਨਮਤ ਦਾ ਕਾਰਜ ਨਹੀਂ ਕੀਤਾ ਗਿਆ, ਗੁਰਮਤ ਦਾ ਗੁਰਮੁਖਾਂ ਨੇ ਕਾਰਜ ਕੀਤਾ ਹੈ। ਦੋਨਾਂ ਪਰਿਵਾਰਾਂ ਦੇ ਅੰਦਰ ਜਿਹੜੀ ਆ ਗੁਰਮਤ ਦੀ ਲਹਿਰ ਦੌੜੀ ਹੋਈ ਆ। ਗੁਰੂ ਗੁਰੂ ਜਪਣ ਵਾਲੇ ਆ ਦੋਹੂ ਮਿਲ ਜੰਮੈ ਜਾਣੀਐ। ਉਹ ਗੁਰਮੁਖਤਾਈ ਨਾਲ ਜਿਹੜੇ ਜੀਵਨ ਦੀ ਆਰੰਭਤਾ ਹੋਈ, ਗੁਰਮੁਖਾਂ ਵਾਲੇ ਗੁਣਾਂ ਨੂੰ ਦੋਨਾਂ ਨੇ ਧਾਰਨ ਕੀਤਾ। ਚਲਦਿਆਂ ਹੋਇਆ ਉਸ ਵਿਵਾਹੇ ਹੋਏ ਜੋੜੇ ਦੇ ਘਰ ਅੰਦਰ ਪਰਮਾਤਮਾ ਨੇ ਔਲਾਦ ਬਖਸ਼ ਦਿੱਤੀ ਆ ਉਹਨਾਂ ਦੀ ਮਿਲਾਪ ਤੋਂ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਪਿਤਾ ਜਾਤ ਪਰਿਵਾਰ ਸੁਧਾਰਾ। ਭਾਈ ਗੁਰਦਾਸ ਸਾਹਿਬ ਕਹਿੰਦੇ ਬਈ ਫਿਰ ਉਹ ਬੱਚੇ ਦੇ ਜਨਮਨ ਦੇ ਨਾਲ ਪਿਤਾ ਦੀ ਜਾਤ ਪਿਤਾ ਦੇ ਪਰਿਵਾਰ ਦੇ ਵਿੱਚ ਉਸ ਵੰਸ਼ ਦੇ ਵਿੱਚ ਅੱਗੇ ਵਾਧਾ ਹੋਇਆ ਔਰ ਪਿਤਾ ਵਾਲੀ ਵੰਸ਼ ਦੇ ਵਿੱਚ ਵਾਧਾ ਹੋਇਆ। ਦੋਨਾਂ ਪਰਿਵਾਰਾਂ ਵਿੱਚ ਫਿਰ ਖੁਸ਼ੀ ਦਾ ਮਾਹੌਲ ਜਿਹੜਾ ਹੈ ਉਹ ਬਰਕਰਾਰ ਹੋਇਆ। ਜੰਮਦਿਆਂ ਰੁਣ ਝੁੰਨਣਾ ਵੰਸੀ ਵਧਾਈ ਰੁਣ ਝੁਨਕਾਰਾ। ਕਹਿ ਲੱਗੇ ਪੁੱਤਰ ਧੀ ਜੰਮਦਿਆਂ ਸਾਰ ਹੀ ਜਿਹੜਾ ਹੈ ਵਧਾਈਆਂ ਮਿਲਣ ਲੱਗ ਪਈਆਂ, ਖੁਸ਼ੀਆਂ ਦੀ ਲਹਿਰ ਦੌੜ ਗਈ। ਆਪਸ ਵਿੱਚ ਰਲ ਮਿਲ ਬੈਠਣ ਲੱਗ ਪਏ। ਵੰਸ ਵਧਾਈ
ਕਿਉਂ ਬੱਚੇ ਨੇ ਜਨਮ ਕੇ ਅੱਗੇ ਵੰਸ਼ ਵੱਧ ਗਈ ਉਹਨਾਂ ਨੂੰ, ਕੁਲ ਦਾ ਵਾਧਾ ਹੋਇਆ। ਰੁਣ ਝੁਨਕਾਰਾ ਬਹੁਤ ਹੀ ਜਿਹੜਾ ਆ ਉੱਚੀ ਸੁਰ ਦੇ ਅੰਦਰ ਗੀਤ ਖੁਸ਼ੀ ਦੇ ਆਲਾਪ ਦੇ ਰੱਬ ਦਾ ਸ਼ੁਕਰਾਨਾ ਕਰਦੇ ਨੇ ਔਰ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਦੇ ਆਨੰਦ ਦਾ ਖੇੜਾ ਬਣਿਆ। ਕਹਿੰਦੇ ਨਾਨਕ ਦਾਦਕ ਸੋਹਲੇ, ਨਾਨਕੇ ਤੇ ਦਾਦਕੇ ਦੋਨੇ ਮਿਲ ਕੇ ਖੁਸ਼ੀ ਦੇ ਵਿੱਚ ਬੜੇ ਸੁੰਦਰ ਨਗਮੇ ਆਲਾਪਦੇ ਨੇ। ਕਹਿਣ ਲੱਗੇ ਇਸੇ ਤਰ੍ਹਾਂ ਫਿਰ ਕੀ ਹੋਇਆ, ਵਿਰਤੀ ਸਰਬੋ ਦਾਨ ਦਤਾਰਾ, ਜਿਹੜੇ ਘਰ ਦੇ ਅੰਦਰ ਜੀਵ ਸਾਨਾ ਲਾਗੀ ਆਦ ਉਹ ਵਧਾਈਆਂ ਦੇਣ ਆਉਣ ਲੱਗ ਪਏ। ਹੁਣ ਉਹਨਾਂ ਨੂੰ ਦਾਤਾਰ ਬਣ ਕੇ ਉਹਨਾਂ ਨੂੰ ਦਾਨ ਦਿੱਤਾ, ਵਧਾਈਆਂ ਦੇਣ ਵਾਲਿਆਂ ਨੂੰ, ਔਰ ਉਹਨਾਂ ਨੂੰ ਅੰਨ ਧਨ ਦੇ ਕੇ ਨਿਵਾਜਿਆ। ਇੱਥੋਂ ਤੱਕ ਭਾਈ ਸਾਹਿਬ ਗੱਲ ਕਰਕੇ ਨਾ ਗੁਰਮੁਖ ਦੇ ਜੀਵਨ ਦੀ। ਹੁਣ ਅੱਗੇ ਦੂਜਾ ਪੱਖ ਦਿੰਦੇ ਨੇ ਮਨਮੁਖ ਵਾਲਾ। ਕਹਿੰਦੇ ਵੇਸਵਾ, ਵੇਸਵਾ ਜਿਹੜੀ ਹੈ ਉਹਦਾ ਅਤਬਾਰ ਨਾ ਰਿਹਾ, ਜੀਵਨ ਅਖਲਾਕ ਇੱਕ ਤੇ ਨਾ ਰਿਹਾ, ਖਿਆਲਾਤ ਕੁਝ ਹੋਰ ਬਣ ਗਏ, ਜੀਵਨ ਦੇ ਵਿੱਚ ਜਾਣ ਲੱਗਾ ਔਰ ਉਸਨੇ ਬਹੁਤ ਥਾਈਂ ਆਪਣਾ ਨਿਉ ਲਾਇਆ ਹੋਇਆ ਹੈ। ਭਾਈ ਵੇਸਵਾ ਦੇ ਘਰੇ ਪੁੱਤਰ ਧੀ ਜੰਮ ਪਿਆ, ਪਰ ਉਹਦੇ ਬਾਪ ਦਾ ਨਾਮ ਜਿਹਨੂੰ ਪੇਂਡੂ ਭਾਸ਼ਾ 'ਚ ਕਹਿ ਦਿੰਦੇ ਹਰਾਮੀ ਦੀ ਔਲਾਦ, ਪਤਾ ਨਹੀਂ ਕਿਹਦੀ। ਔਰ ਕਹਿੰਦੇ ਉਹਦੇ ਪੁੱਤਰ ਧੀ ਨੂੰ ਇਹ ਕਹਾਇਆ ਗਿਆ ਤੇ ਇਸ ਕਰਕੇ ਕਹਿਣ ਲੱਗੇ ਉਹ ਦੂਜੇ ਪਾਸੇ ਇੱਕ ਪਾਸੇ ਗੁਰਮੁਖਾਂ ਦੇ ਘਰ ਅੰਦਰ ਜਨਮੇ ਬੱਚੀ ਬੱਚੇ ਬੜਾ ਅਦਬ ਤੇ ਸਤਿਕਾਰ ਸੰਸਾਰ ਅੰਦਰ ਹੋਇਆ। ਇੱਕ ਪਾਸੇ ਵੇਸ਼ਵਾ ਦਾ ਜੀਵਨ ਹੈ, ਉਹਦੇ ਘਰ ਅੰਦਰ ਜਨਮੀ ਔਲਾਦ, ਉਹਦਾ ਆਪਣਾ ਵੀ ਤਿਰਸਕਾਰ ਹੋਇਆ ਤੇ ਉਹਦੀ ਔਲਾਦ ਦਾ ਵੀ ਤਿਰਸਕਾਰ ਹੋਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਦੂਜੇ ਪਾਸੇ ਕਹਿਣ ਲੱਗੇ ਗੁਰਮੁਖ ਵੰਸ਼ੀ ਪਰਮਹੰਸ, ਗੁਰਮੁਖਾਂ ਦੀ ਵੰਸ਼ ਜਿਹੜੀ ਪਰਮਹੰਸ ਹੈ, ਇੱਕ ਕੱਲੇ ਹੰਸ ਨੇ ਉਹ ਮਾਨ ਸਰੋਵਰ ਤੇ ਇਹ ਪਰਮਹੰਸ ਉਦੋਂ ਵੱਡੀ ਉਡਾਰੀ ਭਰਨ ਵਾਲੇ, ਪਰਮਾਤਮਾ ਤੱਕ ਪਹੁੰਚਣ ਵਾਲੇ, ਇਹਨਾਂ ਦੀ ਵੰਸ਼ ਅੰਦਰ ਜਿਹੜਾ ਗੁਰਮੁਖਾਂ ਗੁਰਸਿੱਖਾਂ ਦੇ ਘਰੇ ਜਨਮਦਾ ਉਹ ਪਰਮਹੰਸੀ ਹੈ। ਜੇ ਉਹ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਦੇ ਸਿਧਾਂਤ ਨੂੰ ਹਿਰਦੇ 'ਚ ਵਸਾ ਕੇ ਗੁਰਬਚਨਾਂ ਦੀ ਚੋਗ ਨੂੰ ਚੁਗ ਕੇ ਉਹਨੂੰ ਆਪਣਾ ਆਧਾਰ ਬਣਾ ਕੇ ਆਪਣੀ ਖੁਰਾਕ ਬਣਾ ਕੇ ਤੇ ਉਹਦੀ ਤਾਕਤ ਦੇ ਨਾਲ ਉਡਾਰੀ ਮਾਰ ਕੇ ਆਪਣੇ ਮਾਲਕ ਨੂੰ ਮਿਲ ਜਾਂਦਾ ਹੈ, ਆਪਣੇ ਗੁਰੂ ਨੂੰ ਤਿਆਗਦਾ ਨਹੀਂ, ਉਹ ਪਰਮਹੰਸ ਹੈ। ਦੂਜੇ ਪਾਸੇ ਦੂਜਾ ਪੱਖ ਦਿੰਦਿਆਂ ਕਹਿੰਦੇ ਮਨਮੁਖ ਠੱਗ ਭਗਵੰਸ ਹਤਿਆਰਾ। ਕਹਿੰਦੇ ਦੂਜਾ ਪੱਖ ਇਹ ਆ ਕਿ ਮਨਮੁਖ ਜਿਹੜੇ ਨੇ ਉਹਨਾਂ ਦਾ ਕੰਮ ਆ ਠੱਗੀ ਠੋਰੀ ਮਾਰਨੀ, ਉਹਨਾਂ ਦਾ ਕੰਮ ਠੱਗਾਂ ਵਾਲਾ ਤੇ ਬਗਲੇ ਦੀ ਵੰਸ਼ ਵਾਲੇ ਨੇ। ਜਿਵੇਂ ਬਗਲਾ ਜਿਹੜਾ ਉਹ ਵੀ ਜਾ ਕੇ ਛੱਪੜ ਆ ਟੋਬਿਆਂ ਦੇ ਕਿਨਾਰੇ ਬਹਿੰਦਾ ਹੈ, ਪਰ ਉਹ ਹੀਰੇ ਤੇ ਮੋਤੀ ਚੁਗਣ ਵਾਸਤੇ ਨਹੀਂ, ਉਹ ਤੇ ਹੱਤਿਆ ਕਰਨ ਵਾਸਤੇ ਜਾਂਦਾ ਹੈ, ਉੱਥੇ ਡੱਡੀਆਂ ਮੱਛੀਆਂ ਨੂੰ ਦਬੋਚਣ ਵਾਸਤੇ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਸੱਚ ਸਚਿਆਰ, ਜਿਹੜਾ ਸੱਚ ਹਿਰਦੇ 'ਚ ਜਿਹਨੇ ਧਾਰਨ ਕਰ ਲਿਆ ਉਹ ਸਚਿਆਰ ਏ। ਤੇ ਉਸ ਨੂੰ ਮਹਾਰਾਜ ਕਹਿੰਦੇ ਆ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਵਰਤਦਾ
ਸੱਚ ਟਿਕ ਜਾਂਦਾ ਹੈ ਨਾ, ਉਹ ਗੁਰੂ ਦੇ ਕੋਲ ਬੈਠਦੇ ਨੇ ਜਿਹੜੇ ਹਿਰਦੇ 'ਚ ਸੱਚ ਪਰਮਾਤਮਾ ਨੂੰ ਟਿਕਾ ਲੈਂਦੇ। ਔਰ ਹਿਰਦੇ 'ਚ ਸੱਚ ਹੈ, ਔਰ ਉਸ ਜਗ੍ਹਾ ਤੇ ਵੀ ਸੱਚ ਵਰਤਦਾ। ਕੂੜਿਆਰਾਂ ਚਿੱਤ ਉਦਾਸ, ਕੂੜਿਆਰ ਜਿਹੜੇ ਨੇ ਉਹ ਪਰਮਾਤਮਾ ਦੇ ਕੋਲ ਨਹੀਂ ਬੈਠ ਸਕਦੇ, ਝੂਠੇ। ਪਰਮਾਤਮਾ ਦੇ ਕੋਲ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੂੜਿਆਰ ਨ ਲੱਭਣੀ ਕਿਤੈ ਥਾਈ ਭਾਲੇ। ਇਹਨੂੰ ਬੈਠਣ ਵਾਸਤੇ ਕੂੜਿਆਰਾਂ ਨੂੰ ਜਗ੍ਹਾ ਨਹੀਂ ਮਿਲਦੀ। ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਪਰਮਾਤਮਾ ਟਿਕ ਗਿਆ ਹੈ, ਉਹ ਪਰਮਾਤਮਾ ਦੇ ਕੋਲ ਬੈਠਦੇ ਨੇ। ਕੂੜੋਂ ਕੂੜਿਆਰਾ, ਹਿਰਦੇ ਵਿੱਚ ਕੂੜੇ ਝੂਠੇ ਤੇ ਕੂੜਿਆਰ ਕੂੜਿਆਰੀ ਜਾਏ ਰਲੇ। ਔਰ ਉਹ ਝੂਠਾ ਫਿਰ ਝੂਠਿਆਂ ਦੇ ਵਿੱਚ ਜਾ ਕੇ ਰਲਦਾ ਹੈ, ਉਹਦਾ ਇਹਨਾਂ ਨਾਲ ਸੰਬੰਧ ਨਹੀਂ ਹੁੰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਮਨਮੁਖਾਂ ਤੇ ਗੁਰਮੁਖਾਂ ਦਾ ਮਾਰਗ ਵੱਖਰਾ ਵੱਖਰਾ ਹੈ, ਔਰ ਉਹਨਾਂ ਦੀ ਖੁਰਾਕ ਵੀ ਵੱਖਰੀ ਆ। ਬਗਲੇ ਹੰਸ ਵਰਗੇ ਤਾਂ ਹੁੰਦੇ ਨੇ, ਚਿੱਟਾ ਹੀ ਹੰਸ ਹੁੰਦਾ ਹੈ ਤੇ ਚਿੱਟਾ ਬਗਲਾ ਵੀ ਹੁੰਦਾ ਹੈ, ਤੇ ਤਕਰੀਬਨ ਇਹਨਾਂ ਦਾ ਔਰ ਬਾਹਰੋਂ ਭੁਲੇਖਾ ਪੈ ਜਾਂਦਾ। ਪਰ ਪਰਖ ਇਹ ਆਉਂਦੀ ਹੈ ਕਿ ਬਗਲਾ ਛੱਪੜਾਂ ਤੇ ਜਾਵੇਗਾ, ਡੱਡੀਆਂ ਮੱਛੀਆਂ ਦਬੋਚ ਦਬੋਚ ਖਾਵੇਗਾ, ਤੇ ਜਿਹੜਾ ਹੰਸ ਹੈ ਉਹ ਮਨ ਸਰੋਵਰ ਤੇ ਜਾਵੇਗਾ, ਹੀਰੇ ਮੋਤੀ ਖਾਵੇਗਾ। ਕਹਿ ਲੱਗੇ ਗੁਰਮੁਖ ਜਿਹੜਾ ਉਹ ਸ਼ੁਭ ਗੁਣ ਸ਼ੁਭ ਵਿਚਾਰ ਗ੍ਰਹਿਣ ਕਰੇਗਾ ਤੇ ਔਰ ਸਰੇਸ਼ਟਤਾਈ ਜਗ੍ਹਾ ਤੇ ਜਾਵੇਗਾ, ਗੁਰ ਸੰਗਤ ਵਿੱਚ ਜਾਵੇਗਾ, ਗੁਰੂ ਸਮੁੰਦਰ ਕੋਲ ਜਾਵੇਗਾ। ਹਿਰਦੇ ਦੇ ਅੰਦਰ ਗੁਰੂ ਦੇ ਗੁਣਾਂ ਨੂੰ ਸ਼ੁਭ ਬਚਨਾਂ ਨੂੰ ਚੁਣ ਚੁਣ ਕੇ ਆਸ਼ਾਈਆਂ ਨੂੰ ਵਸਾਵੇਗਾ। ਤੇ ਜਿਹੜਾ ਮਨਮੁਖ ਹੈ ਨਾ ਬਗਲੇ ਬਿਰਤੀ ਵਾਲਾ, ਉਹ ਸੰਗਤ ਵਿੱਚ ਜਾਵੇਗਾ, ਮਾੜੀ ਜਗ੍ਹਾ ਤੇ ਜਾਵੇਗਾ, ਉੱਥੇ ਨਿੰਦਿਆ ਚੁਗਲੀ ਈਰਸ਼ਾ ਦਵੈਸ਼ ਵਾਲੀਆਂ ਬਾਤਾਂ ਜਿਹੜੀਆਂ ਨੇ, ਉਹ ਗੰਦੇ ਵਿਚਾਰਾਂ ਨੂੰ ਈਰਖਾ ਨਿੰਦਿਆ ਚੁਗਲੀ ਗੰਦਗੀ ਜਿਹੜੀ ਆ ਨਾ, ਮਾੜਾ ਪੰਨੇ ਲੋਕਾਈ ਦਾ, ਉਹਨੂੰ ਚੁਣ ਚੁਣ ਖਾਵੇਗਾ, ਹਿਰਦੇ 'ਚ ਵਸਾਵੇਗਾ। ਕਿਉਂਕਿ ਮਾੜੀ ਜਗ੍ਹਾ ਤੇ ਲੋਕਾਂ ਦੇ ਅਵਗਣ ਪ੍ਰਚਾਰੇ ਜਾਂਦੇ ਨੇ, ਉੱਥੇ ਲੋਕਾਂ ਦੇ ਅਵਗਣ ਜਿਹੜੇ ਨੇ, ਬਦਫੈਲੀਆਂ ਜਿਹੜੀਆਂ, ਉਹਨਾਂ ਨੂੰ ਉਭਾਰਿਆ ਜਾਂਦਾ ਹੈ। ਸਤ ਸੰਗਤ ਦੇ ਵਿੱਚ ਸ਼ੁਭ ਗੁਣ ਜਿਹੜੇ ਨੇ ਉਹਨਾਂ ਨੂੰ ਉਭਾਰਿਆ ਜਾਂਦਾ ਹੈ, ਔਰ ਅਵਗਣਾਂ ਨੂੰ ਦਮਨ ਕਰਨ ਵਾਸਤੇ ਕਿਹਾ ਜਾਂਦਾ, ਦਬਾਉਣ ਵਾਸਤੇ, ਮਟਾਉਣ ਵਾਸਤੇ। ਹੁਣ ਉੱਥੇ ਬੁਰਿਆਈ ਆ, ਦੂਜਿਆਂ ਨੂੰ ਵੀ ਪ੍ਰੇਰਦੇ, ਇਸ ਪਾਸੇ ਨੂੰ ਲੈ ਕੇ ਆਉਂਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਮਨ ਸਰੋਵਰ ਸਾਧ ਸੰਗ। ਉਹ ਮਨ ਸਰੋਵਰ ਕਿਹੜਾ ਹੈ? ਜਿੱਥੇ ਗੁਰਮੁਖ ਹੰਸ ਆਉਂਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਆ ਸਾਧ ਸੰਗਤ। ਇੱਥੇ ਗੁਰਬਾਣੀ ਪੜ੍ਹਨ ਵਾਲੇ, ਅਭਿਆਸ ਕਰਨ ਵਾਲੇ, ਪਰਮਾਤਮਾ ਦੇ ਉੱਪਰ ਭਰੋਸਾ ਰੱਖਣ ਵਾਲੇ ਇਕੱਠੇ ਹੁੰਦੇ ਨੇ। ਔਰ ਮਾਨਕ ਮੋਤੀ ਰਤਨ ਅਮੋਲਾ, ਇੱਥੇ ਜਿਹੜੇ ਅਮੋਲਕ ਬਚਨ ਹੈ ਨਾ, ਉਹ ਹੀਰੇ ਤੇ ਮੋਤੀ ਜਵਾਰ ਆਤ ਨੇ, ਉਹ ਇੱਥੋਂ ਆ ਕੇ ਸ਼ੁਭ ਗੁਣ ਸ਼ੁਭ ਵਿਚਾਰ ਉਹਨਾਂ ਨੂੰ ਇਕੱਠੇ ਕਰਦੇ। ਗੁਰਸਿੱਖਾਂ ਦੀ ਖੁਰਾਕ ਕੇ ਅੰਮ੍ਰਿਤ ਵੇਲੇ ਨਾਮ ਜਪਣਾ, ਨਿਤਨੇਮ ਕਰਨਾ, ਗੁਰੂ ਦਾ ਦਰਸ਼ਨ ਕਰਨਾ, ਕਥਾ ਔਰ ਕੀਰਤਨ ਨੂੰ ਸ਼ਰਵਨ ਕਰਨਾ, ਇਹ ਗੁਰਸਿੱਖਾਂ ਦੀ ਅਧਿਆਤਮਕ ਖੁਰਾਕ ਹੈ। ਇਹਨੂੰ ਛਕ ਕੇ ਮਨੁੱਖ ਜਿਹੜਾ ਗੁਰਮੁਖ ਜਿਹੜਾ ਹੈ ਉਹ ਰਿਸ਼ਟ ਪੁਸ਼ਟ ਹੋ ਜਾਂਦਾ, ਅੰਦਰ ਦੀ ਖੁਰਾਕ ਮਿਲ ਗਈ। ਗੁਰਮੁਖ ਵੰਸੀ ਪਰਮਹੰਸ, ਕਹਿੰਦੇ ਗੁਰਮੁਖ ਦੀ ਵੰਸ ਅੰਦਰ ਪਰਮਹੰਸ ਜਿਹੜੇ ਆ,
परमात्मा नाल जुड़े हुए परमात्मा के नाम की चोग चुगन वाले वो पैदा होंदे। शब्द सुरत गुरमत अडोला वो अपनी सुरत नूं शब्द नाल मिलाउंदे ने ते गुरमत दे ग्रहणकारी बनते आ। अपनी मत नूं डोलन नहीं देंदे, वो अडोल रहिंदे ने। एक रस प्रभु के चरना अंदर अपने आप नूं टका के रख दे और खीरों नीर न घाल दे। जेड़े हंस ने वो दुध दे विचों पानी नूं वख कर देंदे और दुध दे फुट ग्रहण कर लेंदे ते जिहड़ी वो लस्सी दे पिछे गड़बड़दे आ रह जांदा है ना, ਉਹਨੂੰ नहीं वो ਚੱਕਦੇ। महाराज कबीर साहब जी ने भी बचन कीते, कह लगे संतो माखन खाया छाछ पिए संसार। कहते तत रस निचोड़ असी इतों छक लिया है, बाकी पदार्थां बाद जिहड़ा है ना संसार दा वो कहते तां लस्सी जीए तां संसारी पीणगे इहनूं, संसारियां वास्ते निरंकारियां वास्ते नहीं। भाई गुरदास साहब कहते वो गुरमुख जेड़े ने पानी ते दुध दे फुटां नूं वख-वख कर लेंदे, गुरमत ते मनमत नूं वख-वख कर लेंदे, शोभ गुणा ते अवगुणा नूं वख-वख कर लेंदे, अच्छाइयां ते बुराइयां नूं वख-वख कर लेंदे। ते गुरमुख फिर अच्छाइयां नूं शुभ गुणा नूं ग्रहण कर लेंदे ने, अवगुणा नूं बुराइयां नूं त्याग देंदे ने। जिन्हों लोड़ है वो आपे इकट्ठियां कर लाए। हुण वो अवगुणा ते बुराइयां दे गाहक नहीं हुंदे, वो कहंदे किते पईयां रहण सानूं इहदे नाल मतलब कोई नहीं सी। जिवें गुरु नानक साहब महाराज सच्चे पातशाह जदों सिद्धां कोल गए ना ते सिद्धां ने एक गड़वा दे दिता, कहंदे सानूं प्यास लगी, जाओ उत्थों सरोवर चों पानी लियाओ भर के। महाराज गए, सिद्धा ने अपनिया शक्तियां नाल हीरे मोती दिसन लाते। महाराज मुड़ आए, आके कहते बई सिद्ध नाथो ते पानी है नहीं। कहते की सी? कहते मैनू तो पानी नहीं दिसिया, बाकी मैनू कुछ दिसिया नहीं। मैं पानी लैन गया सा, मैं तो पानी वेख्या, बाकी उत्थे की सी उहदे नाल मेरा मतलब कोई नहीं। गुरमुख जिहड़ा ना उहदी वृत्ति ये आ कि वो इत्थे सार ग्राही बन के आया है, शुभ गुणा नूं ग्रहण करन वाला बन के आया है, गुरमतिया बन के आया है। वो गुरु दी मत वेखदा कित्थे आ, शुभ गुण कित्थे आ, अच्छाई कित्थे आ, वो उहदे लई आया है। ते कोई पुछे बई उत्थे नाच किन्ना हुंदा सी, गाने शाने किहड़े चलदे सन, उहदे नाल उहदा कोई मतलब नहीं, उधर ध्यान नहीं देंदा। और अवगुणा दा ग्राही नहीं। जेड़ा मेरे वर्गा अवगुणा दा ग्राही होवेगा ना, ਉਹਨੂੰ ਜਿੱਥੇ ਮਰਜ਼ੀ ਚਲਾ ਜਾਵੇ ਉਹਨੂੰ ਘਾਟ ਹੀ ਦਿਸੇਗੀ। ਇੱਥੇ ਆ ਨਹੀਂ ਸੀ, ਇੱਥੇ ਆ ਨਹੀਂ ਸੀ, ਇਹਨਾਂ ਆ ਨਹੀਂ ਕੀਤਾ, ਨਾ ਉਹ ਨਹੀਂ ਕੀਤਾ। ਉਹ ਲੋਕਾਂ ਦੀਆਂ ਬੁਰਾਈਆਂ ਹੀ ਇਕੱਠੀਆਂ ਕਰੇਗਾ, ਕਰਨੀਆਂ ਤਾਂ ਅੱਛਾਈਆਂ ਸੀ। ਉਹ ਲੋਕਾਂ ਦੀਆਂ ਬੁਰਾਈਆਂ ਹੀ ਅਵਗਣ ਹੀ ਇਕੱਠੇ ਕਰੇਗਾ। ਫਲਾਣੇ ਨੇ ਐ ਕਰਤਾ, ਫਲਾਣੇ ਨੇ ਐ ਕਰਤਾ, ਉਹ ਆਪਣਾ ਕੀਤਾ ਆਪੇ ਭਰੇਗਾ। ਤੂੰ ਅੱਛੀ ਗੱਲ ਗ੍ਰਹਿਣ ਕਰ, ਹਿਰਦੇ 'ਚ ਵਸਾ। ਭਾਂਡਾ ਖਾਲੀ ਤਾਂ ਅਵਗੁਣਾਂ ਨਾਲ ਭਰੇ ਜਾਣਾ, ਗੁਣ ਕਿੱਥੇ ਸਮਾਉਣਗੇ। ਇਹਨੂੰ ਹਿਰਦੇ ਵਿੱਚ ਯਾਦਾਂ ਤਾਂ ਅਵਗੁਣਾਂ ਦੀਆਂ ਵਸਾਈ ਜਾਣਾ, ਰੱਬ ਦੀ ਯਾਦ ਕਿੱਥੇ ਵਸੇਗੀ। ਰੱਬ ਦੀ ਯਾਦ ਹਿਰਦੇ 'ਚ ਵਸਾ। ਕਹਿੰਦੇ ਉਹ ਲੱਸੀ ਛੱਡ ਦਿੰਦੇ ਨੇ, ਪਾਣੀ ਦੁੱਧ ਨੂੰ ਵੱਖਰਾ ਕਰਦੇ। ਗੁਰਮੁਖ ਗਿਆਨ ਧਿਆਨ ਨਿਰੋਲਾ। ਗੁਰਮੁਖ ਗਿਆਨ ਗੁਰੂ ਦਾ, ਧਿਆਨ ਗੁਰੂ ਦੇ ਚਰਨਾਂ ਦਾ, ਨਿਰੋਲ ਵੱਖਰਾ ਸੰਸਾਰ ਦੇ ਵਿੱਚ ਮਿਲਦੇ ਨਹੀਂ। ਨਰੋਲਾ ਵੱਖਰਾ, ਨਿਰਾਲਾ ਹੋ ਜਾਂਦੇ। ਗੁਰਮੁਖ ਸੱਚ ਸਲਾਹੀ ਹੈ। ਗੁਰਮੁਖ ਸੱਚੇ ਪਰਮਾਤਮਾ ਦੀ ਸਿਫਤ ਕਰਦੇ, ਉਹਦੀ ਵਡਿਆਈ ਕਰਦੇ। ਤੋਲਣਾ ਤੋਲਣ ਹਾਰ ਅਤੁੱਲਾ। ਉਹ ਪਰਮਾਤਮਾ ਦਾ ਨਾਮ, ਉਹਦੀ ਵਡਿਆਈ। ਔਰ ਕੋਈ ਵੀ ਦੁਨੀਆ ਦੀ ਤਕੜੀ ਨਹੀਂ ਤੇ ਕੋਈ ਵੀ ਤੋਲਾ ਤੋਲਣ ਵਾਲਾ ਨਹੀਂ, ਕੋਈ ਵੱਟਾ ਨਹੀਂ ਬਣਿਆ ਜਿਹੜਾ ਪਾ ਕੇ ਉਹਨੂੰ ਮਾਪ ਤੋਲ ਹਾੜ ਸਕੇ। ਬਈ ਇੰਨਾ ਕੁ ਹੈ। ਮਨਮੁਖ ਬਗਲ ਸਮਾਦ ਹੈ। ਹੁਣ ਮਨਮੁਖ ਵੀ ਜਿਹੜਾ ਹੈ ਨਾ ਵੇਖ ਕੇ ਗੁਰਮੁਖਾਂ ਵਾਲੇ ਕਹਿੰਦਾ, ਜਿਵੇਂ ਬਗਲਾ ਕਹਿੰਦਾ ਵੀ ਮਮੀ ਚਿੱਟਾ, ਮੇਰੇ ਜਿਹੀ ਉਹਨਾਂ ਦੀ ਬਣੀ ਹੋਈ ਸ਼ੇਪ, ਉੱਡਦੇ ਵੀ ਮੇਰੀ ਤਰ੍ਹਾਂ, ਤੇ ਫਿਰ ਮੇਰੇ ਤੇ ਉਹਨਾਂ 'ਚ ਫਰਕ ਕੀ ਹੋਇਆ।
ਮਨਮੁਖ ਵੀ ਇਹੋ ਜਿਹੀਆਂ ਗੱਲਾਂ ਕਈ ਵਾਰ ਕਰਦੇ ਨੇ ਬਈ ਪੰਜ ਤੱਤਾਂ ਦਾ ਸਰੀਰ ਮੇਰਾ ਤੇ ਪੰਜਾਂ ਦਾ ਹੀ ਉਹਦਾ, ਮੇਰੇ ਨਾਲੋਂ ਵੱਧ ਕੀ ਹੈ ਉਹਦੇ ਕੋਲ, ਉਹੀ ਔਰ ਨੈਣ ਪ੍ਰਨ ਮੇਰੇ ਤੇ ਉਹੀ ਉਹਦੇ ਆ ਨਾ, ਦੋ ਲੱਤਾਂ ਹੀ ਉਹਦੇ ਆ, ਜਿਹਨੂੰ ਗੁਰਮੁਖ ਕਹਿੰਦੇ ਦੋ ਹੀ ਮੇਰੇ ਆ। ਫਿਰ ਮੇਰਾ ਤਿਰਸਕਾਰ ਕਿਉਂ ਤੇ ਉਹਦਾ ਸਤਿਕਾਰ ਕਿਉਂ? ਉਹ ਅੰਦਰ ਦੇ ਗੁਣਾਂ ਦਾ ਅਵਗੁਣਾਂ ਦਾ ਤਿਰਸਕਾਰ ਏ ਤੇ ਗੁਣਾਂ ਦਾ ਸਤਿਕਾਰ ਏ। ਮਹਾਰਾਜ ਸਾਹਿਬ ਕਹਿੰਦੇ ਬਈ ਮਨਮੁਖ ਸਮਾਧੀ ਲਾਉਂਦਾ ਹੈ ਬਗਲੇ ਵਰਗੀ, ਤੇ ਬਗਲੇ ਦੀ ਸਮਾਧੀ ਜਿਹੜੀ ਹੈ ਨਾ, ਖੜਾ ਰਹਿੰਦਾ ਐਨ ਬੈਠਾ ਮੱਛੀ ਨੂੰ ਤਾਰ ਲਾਵੇ, ਟਿਕ ਕੇ ਬੈਠਾ, ਜਰਾ ਵੀ ਹਰਕਤ ਨਹੀਂ ਕਰਦਾ। ਤੇ ਜਦੋਂ ਪਤਾ ਵੀ ਹੁਣ ਡੱਡੀ ਮੱਛੀ ਮੇਰੀ ਮਾਰ ਚ ਆ ਗਈ, ਉਸੇ ਵੇਲੇ ਦਬੋਚ ਲੈਂਦਾ। ਜਿਹੜੇ ਔਰ ਮਨਮੁਖ ਇਹਨਾਂ ਨੇ ਧਿਆਨ ਟਿਕਾਉਣਾ, ਇਹਨਾਂ ਕਿਸੇ ਧਾਰਮਿਕ ਸਮਾਗਮ ਚ ਆਉਣਾ, ਇਹਨਾਂ ਦਾ ਮਤਲਬ ਇਹ ਹੁੰਦਾ ਹੈ ਪਦਾਰਥ ਮਿਲੇ। ਤੇ ਜਿਹੜੇ ਗੁਰਮੁਖ ਹੈ ਉਹਨਾਂ ਦਾ ਆਉਣਾ ਮਤਲਬ ਹੁੰਦਾ ਹੈ ਪਰਮਾਰਥ ਮਿਲੇ, ਪਰਮਾਤਮਾ ਮਿਲੇ। ਔਰ ਅਵਗੁਣਾਂ ਨੂੰ ਇਹਨਾਂ ਨੇ ਆ ਕੇ ਸਤ ਸੰਗਤ ਵਿੱਚ ਜੇ ਮਨਮੁਖ ਆ ਵੀ ਜਾਵੇ ਨਾ, ਉਹਦੀ ਬਿਰਤੀ ਇਹ ਬਣੀ ਹੁੰਦੀ ਆ, ਉਹਨੇ ਅਵਗੁਣ ਪਾਲਣਾ ਹੈ। ਇੱਥੇ ਮਾੜਾ ਕੀ ਹੋ ਰਿਹਾ? ਤੁਸੀਂ 2 ਘੰਟੇ ਸਤ ਸੰਗਤ ਕਰੋ ਤੇ ਉੱਥੇ ਅਛਾਈ ਬਾਰੇ ਬੋਲਿਆ ਜਾਵੇ ਤੇ 2 ਗੱਲਾਂ ਕਿਤੇ ਇੱਧਰ ਉੱਧਰ ਦੀਆਂ ਹੋ ਜਾਣ, ਉਹ ਮਨਮੁਖ ਨੂੰ ਉਹ 2 ਚੇਤੇ ਰਹਿਣਗੀਆਂ, ਉਹ 100 ਨਹੀਂ ਚੇਤੇ ਰਹਿਣੀ, ਕਿਉਂਕਿ ਉਹਦੀ ਬਿਰਤੀ ਉਹ ਲੈਣੀ ਇੱਥੋਂ ਇਹ ਆਇਆ। ਇਸ ਕਰਕੇ ਬਿਰਤੀ ਜਿਹੜੀ ਹੈ ਅਵਗੁਣਾਂ ਦੀ ਗ੍ਰਹਿਣਕਾਰੀ ਨਾ ਹੋਵੇ, ਬਿਰਤੀ ਗੁਣ ਗਰਾਹੀ ਹੋਵੇ। ਅਵਗੁਣਾਂ ਨਾਲ ਸਾਡਾ ਕੋਈ ਲਾਕਾ ਦੇਕਾ ਨਹੀਂ, ਜਿੱਥੇ ਪੈ ਨੇ ਪੈ ਰਹਿਣਾ ਪਏ, ਜਿਹਨੂੰ ਲੋੜ ਹੈ ਚੱਕੀ ਜਾਏਗਾ। ਸਾਡਾ ਮਤਲਬ ਸ਼ੁਭ ਗੁਣਾਂ ਦੇ ਨਾਲ ਉਹਦੀ ਸਾਂਝ ਕੀਜੇ। ਬਗਲੇ ਵਰਗੀ ਸਮਾਧ ਲਾਉਂਦਾ ਹੈ, ਘੁੱਟ ਘੁੱਟ ਜੀਆਂ ਖਾਏ ਆ ਬੋਲਾ, ਮੁੱਖ ਪਕੜ ਪਕੜ ਖਾਂਦਾ। ਲਿਬਾਸ ਤਾਂ ਗੁਰਮੁਖਾਂ ਵਾਲਾ ਪਹਿਨ ਲੈਂਦਾ, ਦੇਖਣ ਨੂੰ ਤਾਂ ਗੁਰਮੁਖ ਦਿਸਦਾ ਹੈ ਬਈ ਇਹਨੇ ਬਹੁਤ ਲਿਬਾਸ ਗੁਰਮੁਖਾਂ ਵਾਲਾ, ਪਰ ਉਦੋਂ ਪਤਾ ਲੱਗਦਾ ਫਲਾਨਾ ਬਾਬਾ ਠੱਗੀ ਮਾਰ ਕੇ ਭੱਜ ਗਿਆ। ਔਰ ਉਹ ਠੱਗ ਗਿਆ ਉਸ ਵਸਤਰਾਂ ਦੇ ਅੰਦਰ ਠੱਗ, ਤੇ ਉਹ ਬਗਲੇ ਬਿਰਤੀ ਵਾਲਾ ਹੈ। ਉਹਦਾ ਕੰਮ ਹੀ ਇਹ ਆ ਪਦਾਰਥਾਂ ਤੱਕ, ਪਰਮਾਰਥ ਵਾਲਾ ਕੰਮ ਨਹੀਂ ਰਹਿ ਗਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਹੋਏ ਲਖਾਓ ਟਿਕਾਈ ਜਾਏ, ਕਹਿ ਲੱਗੇ ਸੰਸਾਰ ਦੇ ਅੰਦਰ ਆ ਕੇ ਐਸਾ ਹੁੰਦਾ ਹੈ ਉਹ ਗੁਰਮੁਖ ਵੰਸ਼ੀ ਜਿਹੜਾ ਹੈ ਆਪਣੇ ਆਪ ਨੂੰ ਹੋਏ ਲਿਖਾਉਂਦਾ ਜਨਾਉਂਦਾ ਹੈ, ਤੇ ਕਹਿਣ ਲੱਗੇ ਫਿਰ ਟਿਕਾਈ ਜਾਏ, ਜਾ ਕੇ ਸਥਿਰਤਾ ਕਰਦਾ। ਔਰ ਕਹਿੰਦੇ ਛੱਪੜ ਉਹ ਪੜੇ ਮੋਹ ਚੋਲਾ, ਕਹਿੰਦੇ ਜਿਹੜਾ ਬਗਲਾ ਹੈ ਨਾ, ਉਹ ਜਾ ਕੇ ਜਦੋਂ ਛੱਪੜ ਦੇ ਕਿਨਾਰੇ ਬੈਠਦਾ ਤੇ ਬਹੁਤ ਜਾ ਕਰਕੇ ਛੱਪੜ ਦੇ ਕਿਨਾਰੇ ਬੈਠ ਕੇ ਐਨ ਟਿਕ ਜਾਂਦਾ। ਤੇ ਜਦੋਂ ਉਹਨੂੰ ਮੱਛੀਆਂ ਡੱਡਾਂ ਵੇਖਦੀਆਂ ਨਾ, ਤੇ ਛੱਪੜਾਂ ਦੇ ਵਿੱਚ ਟੋਭਿਆਂ ਦੇ ਵਿੱਚ ਹਲਚਲ ਮੱਚ ਜਾਂਦੀ, ਕਿਉਂਕਿ ਉਹਨਾਂ ਨੂੰ ਪਤਾ ਸਾਨੂੰ ਖਾਣ ਵਾਲਾ ਆ ਗਿਆ, ਪਕੜਨ ਵਾਲਾ ਆ ਗਿਆ। ਉਹ ਟਿਕਦੇ ਨਹੀਂ, ਇਹ ਚੁੱਪ ਕਰਕੇ ਬੈਠਦਾ, ਉਹਨਾਂ 'ਚ ਹਲਚਲ ਹੀ ਮੱਚ ਜਾਂਦੀ ਏ। ਕਹਿ ਲੱਗੇ ਮਨਮੁਖ ਠੱਗ ਜਿੱਥੇ ਆ ਜਾਵੇ ਨਾ, ਮੁੱਖੋਂ ਭਾਵੇਂ ਕੋਈ ਨਾਮ ਬੋਲੇ, ਜਦੋਂ ਪਤਾ ਹੋਵੇ ਉਦੋਂ ਕਹਿੰਦੇ ਬਈ ਆਪਣੇ ਜਿਹੜਾ ਹੈ ਨਾ ਜੇਬ ਕਤਰੇ ਫਿਰਦੇ ਜੇ, ਤੇ ਆਪਣੇ ਸੋਨੇ ਦਾ ਗੀਸਿਆਂ ਦਾ ਧਿਆਨ ਰੱਖਿਆ ਜੇ ਆਪਦਾ। ਉਦੋਂ ਆਇਓ ਗੋਲ ਜੀ ਗੱਲ ਨਾਲ ਸਮਝਾ ਦਿੰਦੇ ਬਈ ਉਹ ਵਿੱਚੇ ਤੁਰੇ ਫਿਰਦੇ ਜੇ, ਉਹਨਾਂ ਤੋਂ ਬਚ ਕੇ। ਐਵੇਂ ਹੀ ਸੰਸਾਰ ਦੇ ਅੰਦਰ ਇਹ ਆਉਂਦੇ ਨੇ, ਮੂੰਹ ਤੋਂ ਬੜਾ ਚੁੱਪ ਚਪੀਤੇ ਬਣ ਜਾਂਦੇ ਨੇ। ਸੱਚ ਸੌ, ਕਹਿੰਦੇ ਸੱਚ ਜਿਹੜਾ ਹੈ ਨਾ ਇਹ ਸਰੇਟ ਸੁਭਾਓ, ਸਰੇਟ ਵਿਚਾਰਧਾਰਾ ਹੈ। ਤੇ ਕਹਿੰਦੇ ਜਿਹੜਾ ਕੂੜ ਗਹਿਲਾ ਗੋਲਾ, ਕਹਿੰਦੇ ਕੂੜ ਜਿਹੜਾ ਹੈ ਗੁਲਾਮ ਹੈ, ਇਹ ਗੁਲਾਮੀ ਆ, ਅਧੀਨਤਾ ਹੈ। ਤੇ ਸੱਚ ਨੂੰ ਕਿਸੇ ਦੀ ਅਧੀਨਗੀ ਨਹੀਂ ਕਬੂਲਣੀ ਪੈਂਦੀ। ਸੱਚ ਜਿਹੜਾ ਹੈ ਪਰਮਾਤਮਾ ਦੇ ਨਾਲ ਜੋੜਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਸੱਚ ਸੁਲੱਖਣਾ, ਸਭ ਸੁਲੱਖਣ ਸੱਚ ਸੁਹਾਵਾ। ਕਹਿੰਦੇ ਗੁਰਮੁਖ ਜਿਹੜਾ ਹੈ ਨਾ, ਉਹ ਸੱਚ ਦੇ ਨਾਲ ਸੁਲੱਖਣਾ, ਸੋਹਣੇ ਲਕਸ਼ਣਾਂ ਵਾਲਾ, ਸੋਹਣੀਆਂ ਨਿਸ਼ਾਨੀਆਂ ਵਾਲਾ। ਤੇ ਕਹਿਣ ਲੱਗੇ ਜਦੋਂ ਉਹਦੇ ਆਪਣੇ ਅੰਦਰ
ਸਰੇਟ ਵਿਚਾਰ ਹੋਣ, ਸੁੰਦਰ ਵਿਚਾਰ ਹੋਣ, ਫਿਰ ਸਭ ਸੁਲੱਖਣ ਸਾਰੇ ਪਾਸੇ ਐਸ਼ਾਈ ਨੂੰ ਫੈਲਾਉਂਦਾ। ਉਹਦੇ ਅੰਦਰ ਅੱਛੇ ਵਿਚਾਰ ਨੇ, ਅੱਛੀ ਸੋਚ ਸਮਝ ਹੈ। ਜਿੱਥੇ ਜਾਵੇਗਾ, ਜਿੱਧਰ ਨੂੰ ਜਾਵੇਗਾ, ਅੱਛੀ ਗੱਲਬਾਤ ਕਰੇਗਾ, ਐਸ਼ਾਈ ਦਾ ਫੈਲਾਵ ਕਰੇਗਾ। ਕਹਿੰਦੇ ਸੱਚ ਸੁਹਾਵਾ, ਫਿਰ ਉਹ ਸੱਚ ਸੋਹਣਾ ਲੱਗਦਾ ਚੌਗਿਰਦੇ ਫੈਲਿਆ ਹੋਇਆ। ਮਨਮੁਖ ਕੂੜ ਕੁਲੱਖਣ, ਮਨਮੁਖ ਦੇ ਅੰਦਰ ਕੂੜ ਤੇ ਕੁਲੱਛਣ ਭੈੜੇ ਲੱਛਣ, ਭੈੜੀਆਂ ਨਿਸ਼ਾਨੀਆਂ, ਭੈੜੀਆਂ ਆਦਤਾਂ, ਬੁਰੇ ਖਿਆਲਾਤ। ਕਹਿੰਦੇ ਸਭ ਕੁਲੱਖਣ ਕੂੜ ਕੁਦਾਵਾ, ਕਹਿੰਦੇ ਜਿੱਥੇ ਜਾਂਦਾ ਕੂੜ ਫੈਲਾਉਂਦਾ, ਝੂਠ ਬੋਲੀ ਜਾਂਦਾ। ਤੇ ਕਈ ਵਾਰ ਵਿਚਰਦਿਆਂ ਹੋਇਆਂ, ਸੰਸਾਰ 'ਚ ਆਪਾਂ ਸਾਰੇ ਵਿਚਰਦੇ ਹਾਂ, ਤੁਸੀਂ ਦੇਖਿਆ ਦੇ ਨਾਲੇ ਆਪਾਂ ਨੂੰ ਪਤਾ ਹੁੰਦਾ ਹੈ, ਪਿੰਡ ਵਿੱਚ, ਨਗਰ ਵਿੱਚ, ਮੁਹੱਲੇ ਵਿੱਚ ਰਹਿੰਦੇ ਹਾਂ ਬਈ ਇਹ ਬੰਦਾ ਕਿਸ ਤਰ੍ਹਾਂ ਦਾ ਹੈ। ਉਹ ਫਿਰ ਵੀ ਤੁਹਾਡੇ ਕੋਲ ਬੜੇ ਬੜੇ ਝੂਠ ਤੇ ਝੂਠ ਬੋਲੀ ਜਾਵੇਗਾ, ਮੈਂ ਉਹ ਕੀਤਾ ਉਹ ਕਰਾਂਗਾ। ਕਹਿੰਦੇ ਇਸ ਤਰ੍ਹਾਂ ਉਹ ਕੁਲੱਛਣਾ, ਭੈੜੇ ਲੱਛਣਾਂ ਵਾਲਾ ਕੂੜ ਕੁਦਾਵਾ, ਔਰ ਕੂੜ ਦੇ ਝੂਠੇ ਦਾਅਵੇ ਕੀਤੇ ਜਾਵੇਗਾ। ਕਿਉਂਕਿ ਉਹਨੇ ਠੱਗੀ ਮਾਰਨੀ ਹੁੰਦੀ ਹੈ। ਜੇ ਬਹੁਤੀਆਂ ਗੱਲਾਂ ਨਹੀਂ ਮਾਰਦਾ, ਇਹੋ ਜਿਹੇ ਦਾਅਵੇ ਨਹੀਂ ਕਰਦਾ, ਤੇ ਉਹਦੇ ਤੋਂ ਠੱਗੀ ਨਹੀਂ ਵੱਜਣੀ। ਉਹ ਆਪਦੇ ਆਪ ਨੂੰ ਬੜਾ ਚੰਗਾ ਦੱਸੇਗਾ ਬਈ ਰੱਬ ਤਾਂ ਮੈਂ ਹੀ ਖਿਲਾਰਿਆ ਹੋਇਆ, ਬਾਕੀ ਤਾਂ ਸਾਰਿਆਂ ਵੱਲੋਂ ਥੱਲੇ ਹੀ ਲੱਗਾ ਹੋਇਆ। ਉਹ ਆਪਦੇ ਆਪ ਨੂੰ ਬੜਾ ਵੱਡਾ ਕਹਾਵੇਗਾ। ਕਹਿਣ ਲੱਗੇ ਕੁਲੱਛਣ, ਉਹ ਭੈੜੇ ਵਿਚਾਰਾਂ ਵਾਲਾ, ਸੱਚ ਸੋਇਨਾ ਕੂੜ ਕੱਚ ਹੈ। ਫਰਕ ਇੰਨਾ ਕਿ ਸੱਚ ਬੋਲਣਾ ਇੱਕ ਸੋਨਾ ਹੈ, ਤੇ ਕੂੜ ਝੂਠ ਬੋਲਣਾ ਇੱਕ ਕੱਚ ਇਕੱਠਾ ਕਰਨਾ ਹੈ, ਕੱਚ। ਭਾਈ ਸਾਹਿਬ ਕਹਿੰਦੇ ਬਈ ਕੱਚ ਨਾ ਕੰਚਨ ਮੁੱਲ ਮੁਲਾਵਾ, ਕਹਿੰਦੇ ਕੰਚਨ ਤੇ ਕੱਚ ਬੋਲਣ ਵਿੱਚ ਭਾਵੇਂ ਥੋੜਾ ਜਿਹਾ ਫਰਕ ਹੈ, ਪਰ ਜਦੋਂ ਇਹਨਾਂ ਦੋਨਾਂ ਦਾ ਮੁੱਲ ਪੈਂਦਾ ਹੈ ਨਾ, ਕੱਚ ਦਾ ਤੇ ਕੰਚਨ ਦਾ, ਸੋਨੇ ਦਾ, ਔਰ ਉਸ ਵਕਤ ਦਿਨ ਰਾਤ ਦਾ ਫਰਕ ਪੈ ਜਾਂਦਾ, ਦਿਨ ਰਾਤ ਦਾ। ਭਾਈ ਸਾਹਿਬ ਕਹਿੰਦੇ ਸੱਚ ਭਾਰਾ ਕੂੜ ਹੌਲੜਾ, ਕਹਿੰਦੇ ਸੱਚ ਵਜਨ ਵਾਲਾ, ਭਰੋਸੇ ਵਾਲਾ, ਪਾਰ ਉਤਾਰੇ ਵਾਲਾ, ਤੇ ਕੂੜ ਜਿਹੜਾ ਹੌਲਾ, ਪਤਾ ਨਹੀਂ ਕਿਹੜੇ ਵੇਲੇ ਪਾਦ ਉਗੜ ਜਾਵੇ ਤੇ ਸਭ ਕੁਝ ਖਤਮ ਹੋ ਜਾਵੇ। ਪਵੇ ਨਾ ਰਤਕ ਰਤਨ ਭੁਲਾਵਾ, ਹੁਣ ਰਤਕ ਤੇ ਰਤਨ ਬੋਲਣ ਵਿੱਚ ਥੋੜਾ ਜਿਹਾ ਫਰਕ ਹੈ। ਇਹਨੂੰ ਰਤਕ ਨੂੰ ਲਾਲੜੀ ਵੀ ਕਹਿੰਦੇ ਨੇ। ਰਤਕ ਹੁੰਦੀ ਜਿਹੜੀ ਰੱਤੀ ਹੁੰਦੀ ਨਾ, ਜਿਹਦੇ ਨਾਲ ਸੋਨਾ ਤੋਲਿਆ ਜਾਂਦਾ ਹੈ, ਉਹ ਸੁਨਾਰਾਂ ਦੇ ਕੋਲ ਹੁੰਦੀ ਆ। ਹੁਣ ਤਾਂ ਕੰਪਿਊਟਰ ਕੰਡੇ ਆ ਗਏ, ਖੈਰ ਹੁਣ ਭਾਵੇਂ ਨਾ ਮਿਲੇ, ਪਹਿਲਾਂ ਇਹ ਰੱਤੀ ਆਂਦੇ ਸੀ ਨਾ, ਰੱਤੀ ਪਰ ਸੋਨਾ, ਉਹ ਰੱਤੀ ਵਜਨ ਲਈ ਸੀ। ਤੇ ਰੱਤੀ ਸ਼ਾਇਦ ਇੱਧਰ ਕਿਤੇ ਘੱਟ ਵੇਖਣ ਨੂੰ ਬੀਜ ਰੂਪ 'ਚ ਮਿਲੇ, ਯੂਪੀ ਦੇ ਇਲਾਕੇ 'ਚ ਬਹੁਤ ਜੰਗਲ ਵਿੱਚ ਪਾਈਆਂ ਜਾਂਦੀਆਂ ਨੇ, ਔਰ ਉਧਰ ਮਿਲ ਜਾਂਦੀਆਂ। ਇਹਦਾ ਨਾ ਜਿਹੜੇ ਪਾਸਿਓਂ ਇਹ ਟਹਿਣੀ ਨਾਲ ਜੁੜੀ ਹੁੰਦੀ ਆ, ਉਧਰੋਂ ਇਹ ਕਾਲੇ ਰੂਪ 'ਚ ਹੁੰਦੀ ਆ, ਬਾਕੀ ਸਾਰੀ ਲਾਲ ਸੂਹੀ ਹੁੰਦੀ ਹੈ। ਇਹਨੂੰ ਰਤਕ ਕਹਿੰਦੇ। ਕਹਿਣ ਲੱਗੇ ਰਤਕ ਤੇ ਰਤਨ ਦੋਨਾਂ ਦੇ ਨਾਮ ਵਿੱਚ ਐਵੇਂ ਮਾਮੂਲੀ ਜਿਹਾ ਫਰਕ ਹੈ, ਪਰ ਦੋਨਾਂ ਦੇ ਮੁੱਲ ਵਿੱਚ ਦਿਨ ਰਾਤ ਦਾ ਫਰਕ ਹੈ। ਇਹ ਦੀਵਾਨੀ ਦੀਆਂ 50 ਆ ਜਾਣਗੀਆਂ, ਉਹਦਾ ਦੀਵਾਨੀ ਨਾਲ ਬੰਨਾ ਨਹੀਂ, ਉਹ 50 ਲੱਖ ਦਾ ਉਹਨੇ ਦਾ ਆਵੇਗਾ ਜਿਹੜਾ ਰਤਨ ਆ। ਕਹਿਣ ਲੱਗੇ ਸੱਚ ਹੀਰਾ ਕੂੜ ਫਟਕ ਹੈ, ਸੱਚ ਜਿਹੜਾ ਉਹ ਹੀਰਾ ਹੈ ਸੁੰਦਰ, ਤੇ ਕੂੜ ਜਿਹੜਾ ਫਟਕ, ਫਟਕ ਹੁੰਦਾ ਹੈ, ਬਲੌਰ ਹੁੰਦਾ ਹੈ, ਕੱਚ ਦਾ ਵੱਟਾ ਜਿਹਾ, ਉਹਨੂੰ ਜਿਸ ਤੇ ਰੰਗ ਤੇ ਰੱਖੋ ਉਹੋ ਜਿਹਾ ਰੰਗ ਉਹਦੇ ਵਿੱਚ ਦਿਸਣ ਲੱਗ ਪੈਂਦਾ। ਕਹਿੰਦੇ ਉਹ ਕੂੜ ਦਾ ਵੱਟਾ, ਇਹ ਹੀਰਾ ਆ, ਔਰ ਉਹ ਵੀ ਚਮਕਦਾਰ ਹੁੰਦਾ। ਹੁਣ ਉਹ ਵੀ ਚਮਕਦਾਰ ਹੁੰਦਾ, ਪਰ ਦੋਨਾਂ ਦੀ ਕੀਮਤ ਦਾ ਬਹੁਤ ਤਾਦ ਅੰਦਰ ਫਰਕ ਆ। ਜੜੇ ਜੜਾਵਣਾ ਜੁੜੇ ਜੁੜਾਵਾ, ਕਹਿੰਦੇ ਉਹਦੇ ਜੜਾਊ ਜੁੜਦੇ, ਹੀਰਾ ਤਾਦਾਂ ਵਿੱਚ ਲੱਗਦਾ, ਬੜੇ ਰਾਜਿਆਂ ਦੀ ਮਹਿਫਲ ਵਿੱਚ ਜਾਂਦਾ। ਕਹਿੰਦੇ ਇਹ ਜੁੜੇ ਨਾ ਜੁੜੇ ਜੁੜਾਵਾ, ਇਹਦਾ ਕਿਤੇ ਮੁੱਲ ਨਹੀਂ, ਕਿਤੇ ਦਿਖਾਵਾ ਨਹੀਂ ਹੁੰਦਾ। ਇਹ ਫਟਕਦਾ, ਇਹਨੂੰ ਕੋਈ ਨਹੀਂ ਪੁੱਛਦਾ, ਜਿੱਥੇ ਮਰਜ਼ੀ ਪਿਆ ਰਵੇ। ਤੇ ਜਿਹੜਾ ਹੀਰਾ ਆ, ਔਰ ਉਹਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਤੋਸ਼ੇ ਖਾਨਿਆਂ ਅੰਦਰ, ਬੜੇ ਜਿੰਦਿਆਂ ਅੰਦਰ, ਬੜੀ ਸਾਵਧਾਨੀ ਵਰਤੀ ਜਾਂਦੀ। ਉਹਦੀ ਕੀਮਤ ਹੈ,
ਤੇ ਇਹਦੀ ਫਟਕ ਜਿਹੜਾ ਇਹਦੀ ਕੋਈ ਕੀਮਤ ਨਹੀਂ ਬਲੌਰ ਦੀ। ਸੱਚ ਦਾਤਾ ਕੂੜ ਮੰਗਤਾ, ਜਿਹਦੇ ਹਿਰਦੇ 'ਚ ਸੱਚ ਹੈ ਨਾ ਉਹ ਦਾਤਾ, ਉਹਦੇ ਹਿਰਦੇ 'ਚ ਰੱਬ ਵਸਦਾ, ਉਹ ਹੱਥੋਂ ਦੇ ਕੇ ਭਲਾ ਮਨਾਵੇ। ਤੇ ਜਿਹਦੇ ਹਿਰਦੇ 'ਚ ਕੂੜ ਹੈ ਉਹ ਮੇਰੀ ਤਰ੍ਹਾਂ ਤੇਰੇ ਤੋਂ ਮੰਗ ਲਿਆ, ਦੂਜੇ ਤੋਂ ਮੰਗ ਲਿਆ ਔਰ ਤੀਜੇ ਤੋਂ ਮੰਗ ਲਿਆ, ਉਹਦਾ ਕੰਮ ਹੀ ਇਹ ਹੋਇਆ। ਝੂਠ ਮਾਰ ਮਾਰ ਕੇ ਉਹਨੇ ਮੰਗਣਾ। ਦੇਹੋ ਰਾਤੀ ਚੋਰ ਸ਼ਾਹ ਮੇਲਾਵਾ, ਕਹਿਣ ਲੱਗੇ ਸੱਚ ਜਿਹੜਾ ਹੈ ਦਿਨ ਤੇ ਕੂੜ ਜਿਹੜਾ ਹੈ ਰਾਤ। ਤੇ ਕਹਿਣ ਲੱਗੇ ਔਰ ਜਿਹੜਾ ਹੈ ਨਾ ਕੂੜ ਉਹ ਆ ਚੋਰ, ਤੇ ਜਿਹੜਾ ਹੈਗਾ ਸੱਚ ਉਹ ਆ ਸ਼ਾਹੂਕਾਰ, ਕਿਉਂਕਿ ਉਹਦੇ ਕੋਲ ਦੌਲਤ ਤੇ ਅੰਦਰ ਦੀ ਉਹ ਅੰਦਰੋਂ ਲੁੱਟਿਆ ਪੁੱਟਿਆ ਆ। ਕਹਿਣ ਲੱਗੇ ਇਹ ਕੂੜ ਜਿਹੜਾ ਬਰਾਬਰ ਨਹੀਂ ਤੁਲਦਾ। ਕਹਿਣ ਲੱਗੇ ਸੱਚ ਸਾਬਤ ਕੂੜ ਫਿਰਦਾ ਫਾਵਾ, ਕਹਿੰਦੇ ਸੱਚ ਪੂੰਜੀ ਜਿਹੜੀ ਸਾਬਤ ਨਿਭਦੀ, ਤੋੜ ਤੱਕ ਨਿਭ ਜਾਂਦੀ, ਤੇ ਕੂੜ ਜਿਹੜਾ ਫਿਰਦਾ ਦਾਵਾ ਔਰ ਧੱਕੇ ਧੂੜੇ ਖਾਂਦਾ ਦੁਖੀ ਸੰਸਾਰ ਦੇ ਵਿੱਚ ਕੂੜਾ ਜਿਹੜਾ ਹੈ ਔਰ ਸੰਸਾਰ ਵਿੱਚ ਫਿਰਦਾ ਹੈ, ਉਹਨੂੰ ਸੰਸਾਰ ਵਿੱਚ ਸੁੱਖ ਕਦੇ ਨਹੀਂ ਮਿਲਦਾ, ਸੰਸਾਰ ਦੇ ਵਿੱਚ ਦੁੱਖਾਂ ਦੇ ਵਿੱਚ ਜੀਵਨ ਬਸਰ ਕਰਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਸੱਚ ਸੋ ਰੰਗ ਹੈ, ਮੁੱਲ ਮਜੀਠ ਨਾ ਟਲੇ ਟਲੰਦਾ। ਗੁਰਮੁਖਾਂ ਕੋਲ ਸ੍ਰੇਸ਼ਟ ਰੰਗ ਆ ਨਾਮ ਦਾ, ਪ੍ਰਭੂ ਦੇ ਨਾਮ ਦਾ ਹਿਰਦੇ ਨੂੰ ਸ੍ਰੇਸ਼ਟ ਰੰਗ ਹੈ। ਮੁੱਲ ਮਜੀਠ, ਮਜੀਠੇ ਦਾ ਪੱਕਾ ਰੰਗ, ਨਾ ਟਲੇ ਟਲੰਦਾ, ਲਾਇਆ ਲੈਂਦਾ ਨਹੀਂ, ਉਤਰਦਾ ਨਹੀਂ ਨਾਮ ਦਾ ਰੰਗ। ਮਨਮੁਖ ਕੂੜ ਕੁਰੰਗ ਹੈ, ਫੁੱਲ ਕਸੁੰਬੇ ਥਿਰ ਨਾ ਰਹੰਦਾ। ਕਹਿੰਦੇ ਮਨਮੁਖ ਜਿਹੜਾ ਹੈ ਨਾ ਭੈੜੇ ਰੰਗ ਵਾਲਾ, ਇਹਦੇ ਪੱਲੇ ਝੂਠ ਆ, ਤੇ ਕਸੁੰਬੇ ਦੇ ਰੰਗ ਵਾਲਾ ਹੈ ਔਰ ਕਸੁੰਬੇ ਦੇ ਫੁੱਲ ਦੇ ਰੰਗ ਵਾਲਾ ਇਹ ਥਿਰ ਨਾ ਰਹੰਦਾ ਹੈ, ਟਿਕਦਾ ਨਹੀਂ। ਮਿੰਟ ਮਿੰਟ ਤੇ ਬਿਆਨ ਬਦਲੇਗਾ, ਮਿੰਟ ਮਿੰਟ ਤੇ ਗੱਲ ਬਦਲੇਗਾ ਔਰ ਉਸੇ ਜ਼ਬਾਨ ਨਾਲ ਹੁਣ ਕੁਝ ਕਿਹਾ 2 ਮਿੰਟਾਂ ਨੂੰ ਕੁਝ ਕਵੇਗਾ। ਗੁਰਮੁਖ ਜਿਹੜੇ ਨੇ ਉਸ ਜ਼ੁਬਾਨੋਂ ਪੱਕੇ ਹੁੰਦੇ, ਕਦੇ ਫਿਰਦੇ ਨਹੀਂ। ਕਹਿ ਲੱਗੇ ਥੋਮ ਕਥੂਰੀ ਵਾਸ ਲੈ, ਨੱਕ ਮਰੂੜੇ ਮਨ ਅਪਵੰਦਾ। ਕਹਿ ਲੱਗੇ ਥੋਮ ਆਦਿ ਵਾਸ਼ਨਾ ਤੋਂ ਦੁਨੀਆਦਾਰ ਨੱਕ ਮਰੋੜਦੇ ਔਰ ਮੂੰਹ ਪਰੇ ਨੂੰ ਪਵਾ ਲੈਂਦੇ ਆ। ਕਹਿਣ ਲੱਗੇ ਸਜਣਾ ਜਿਹੜੀ ਕਸਤੂਰੀ ਆ ਨਾ, ਕਸਤੂਰੀ ਉਹਦੇ ਨੇੜੇ ਹੋ ਕੇ ਸੁਗੰਧੀ ਲੈਂਦੇ, ਕਸਤੂਰੀ ਵਿੱਚ ਸੁਗੰਧੀ, ਥੋਮ ਆਦਿ ਔਰ ਸੁਗੰਧੀ ਤੋਂ ਨੱਕ ਨੂੰ ਮਰੋੜਦੇ ਕਿ ਪਰੇ ਕਰ। ਔਰ ਕਹਿਣ ਲੱਗੇ ਬਈ ਇਸੇ ਤਰ੍ਹਾਂ ਕੂੜ ਸੱਚ ਅੱਕ ਅੰਬ ਫਲ। ਕਹਿੰਦੇ ਜਿਹੜਾ ਸੱਚ ਆ ਨਾ ਕੂੜ ਏ, ਇਹ ਤਾਂ ਅੱਕ ਵਰਗਾ ਕੌੜਾ, ਇਹ ਅੱਕ ਦਾ ਫਲ ਏ, ਤੇ ਜਿਹੜਾ ਹੈ ਨਾ ਸੱਚ ਇਹ ਅੰਬ ਦਾ ਫਲ ਏ, ਰਸਿਆ ਹੋਇਆ। ਹੁਣ ਦੋਨਾਂ ਦੇ ਸਵਾਦ ਦਾ ਫਰਕ ਹੈ ਨਾ, ਜਿਵੇਂ ਇੱਕ ਐਗਜ਼ਾਮਪਲ ਏ, ਫਰਕ ਇਹਦੋਂ ਵੀ ਵੱਧ ਕਿਤੇ ਤੱਕ ਸਾਨੂੰ ਸਮਝਾਉਣ ਦਾ ਤਰੀਕਾ ਭਾਈ ਸਾਹਿਬ ਨੇ ਚੁਣਿਆ। ਬਈ ਇੰਨਾ ਰਸਦਾਇਕ ਸਾਚੇ ਤੇ ਔਰ ਅੱਕ ਵਰਗਾ ਕੁੜੱਤਣ ਵਰਗਾ ਮਨਮੁਖ ਕੂੜਾ ਹੈ, ਝੂਠਾ ਹੈ। ਕਹਿੰਦੇ ਕੌੜਾ ਮਿੱਠਾ ਸੌ ਲਹੰਦਾ, ਕੌੜਾ ਤੇ ਮਿੱਠਾ ਦੋਨਾਂ ਦਾ ਸਵਾਦ ਹੈ। ਕਹਿੰਦੇ ਦੋਨੇ ਗੱਲਾਂ ਤੈਨੂੰ ਮਨੁੱਖ ਦੱਸ ਦਿੱਤੀਆਂ, ਹੁਣ ਤੂੰ ਵੇਖਣਾ, ਤੂੰ ਝੂਠ ਬੋਲਣਾ, ਝੂਠ ਬਣਾਉਣਾ ਹੈ ਕਿ ਸੱਚ ਹਿਰਦੇ 'ਚ ਵਸਾਉਣਾ ਹੈ, ਸਵਾਦ ਵਾਲਾ ਰਸ ਵਾਲਾ। ਇਹ ਹੁਣ ਦੋਨੇ ਗੱਲਾਂ ਤੇ ਤੂੰ ਪਹਿਰਾ ਦੇਣਾ ਆ। ਸ਼ਾਹ ਸੱਚ ਚੋਰ ਕੂੜ ਹੈ। ਕਹਿੰਦੇ ਜਿਹੜਾ ਸ਼ਾਹ ਹੈ ਦੌਲਤਮੰਦ ਉਹ ਤਾਂ ਹੈ ਸੱਚ, ਜਿਹਦੇ ਕੋਲ ਸੱਚ ਦੀ ਦੌਲਤ ਹੈ ਉਹ ਸ਼ਾਹੂਕਾਰ ਹੈ। ਤੇ ਜਿਹੜਾ ਕੂੜ ਬੋਲਦਾ ਕਹਿੰਦੇ ਉਹ ਚੋਰ ਹੈ, ਉਹਦੀ ਬਿਰਤੀ ਹੈ ਕਿ ਮੈਂ ਚੁਰਾਉਣਾ ਕਿੱਥੋਂ ਆ, ਠੱਗੀ ਠੋਰੀ ਮਾਰਨੀ ਕਿੱਥੋਂ ਆ। ਸ਼ਾਹ ਸਭੈ ਚੋਰ ਫਿਰੇ ਭਵੰਦਾ, ਜਿਹੜਾ ਸ਼ਾਹੂਕਾਰ ਹੈ ਨਾ ਉਹ ਤਾਂ ਨਜ਼ਾਰੇ ਨਾਲ ਘਰੇ ਸੌਂਦਾ ਤੇ ਚੋਰ ਰਾਤ ਨੂੰ ਭਟਕਦਾ ਫਿਰਦਾ। ਔਰ ਮਨੁੱਖ ਮਨਮੁਖ ਦਿਨੇ ਵੀ ਕੂੜ ਦਾ ਖਰੀਦਦਾਰ ਭਟਕਦਾ ਹੈ, ਜਿਉਂਦੇ ਜੀ ਵੀ ਮਰ ਕੇ ਵੀ ਗੁਰਮੁਖ ਜਿਉਂਦੇ ਜੀ ਵੀ ਅੰਦਰੋਂ ਟਿਕੇ ਹੁੰਦੇ ਨੇ ਤੇ ਔਰ ਤਨ ਨੂੰ ਤਿਆਗ ਕੇ ਪ੍ਰਭੂ ਦੇ ਵਿੱਚ ਮਿਲ ਜਾਂਦੇ ਨੇ। ਕਹਿੰਦੇ ਸ਼ਾਹ ਫੜੇ ਉੱਠ ਚੋਰਨ, ਫਿਰ ਸ਼ਾਹ ਜਿਹੜਾ ਹੈ ਨਾ
ਉਹ ਚੋਰ ਨੂੰ ਪਕੜ ਲੈਂਦਾ ਹੈ, ਤਿਸ ਨੁਕਸਾਨ ਦੀ ਮਾਨ ਕਰੰਦਾ। ਫਿਰ ਉਹਨੂੰ ਕਚਹਿਰੀ ਵਿੱਚ ਲੈ ਕੇ ਜਾਂਦੇ ਚੋਰ ਨੂੰ, ਤੇ ਉੱਥੇ ਉਹਦਾ ਨੁਕਸਾਨ ਹੁੰਦਾ, ਕੈਦਖਾਨੇ ਵਿੱਚ ਪਾਇਆ ਜਾਂਦਾ, ਸਜ਼ਾ ਮਿਲਦੀਆਂ। ਫਿਰ ਰੌਲਾ ਪਾਉਂਦਾ ਹੈ, ਮੈਨੂੰ ਇੱਕ ਵਾਰੀ ਛੱਡ ਦਿਓ, ਮੈਂ ਫੇਰ ਨਹੀਂ ਇਹ ਗਲਤੀ ਕਰਦਾ। ਪਰ ਉਹਦੀ ਇਹ ਆਦਤ ਬਣ ਚੁੱਕੀ, ਉਹ ਹਟਦਾ ਨਹੀਂ, ਮੁੜ ਮੁੜ ਉਹੀਓ ਕੁਝ ਕਰਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਸੱਚਾ ਕੂੜੇ ਲੈ ਨਿਹਣ ਬਹੰਦਾ। ਕਹਿ ਲੱਗੇ ਇੱਥੇ ਸੱਚ ਜਿਹੜਾ ਹੈ ਨਾ, ਕੂੜੇ ਲੈ, ਕੂੜ ਨੂੰ ਪਕੜ ਕੇ ਨਿਹਣ ਬਹਾਂਦਾ, ਉਹਨੂੰ ਕੈਦਖਾਨੇ ਵਿੱਚ ਸਿੱਟ ਦਿੰਦਾ ਹੈ। ਇਸ ਕਰਕੇ ਭਾਈ ਸਾਹਿਬ ਕਹਿੰਦੇ, ਗੁਰਮੁਖੋ ਸੱਚ ਦੇ ਧਾਰਨੀ ਹੋਵੋ, ਸੱਚ ਨੂੰ ਹਿਰਦੇ ਅੰਦਰ ਵਸਾਓ। ਸੱਚ ਨਾਲ ਬੇੜਾ ਤਰਨਾ ਹੈ, ਬਾਹਰ ਦਾ ਵੀ ਤੇ ਅੰਦਰ ਦਾ ਵੀ, ਸੰਸਾਰ ਦਾ ਵੀ ਤੇ ਅੰਦਰ ਵਾਲਾ ਵੀ। ਤੇ ਝੂਠ ਦੇ ਨਾਲ ਬੇੜਾ ਇੱਥੇ ਵੀ ਡੁੱਬ ਜਾਣਾ ਹੈ ਤੇ ਅੱਗੇ ਵੀ ਡੁੱਬ ਜਾਣਾ ਹੈ। ਅੱਗੇ ਵੀ ਕਿਸੇ ਨੇ ਬਾਂਹ ਨਹੀਂ ਪਕੜਨੀ ਤੇ ਇੱਥੇ ਵੀ ਨਹੀਂ। ਜਿੰਨਾ ਵੀ ਹੁੰਦਾ ਨਾ ਯਤਨ ਕਰੀਏ। ਮੈਂ ਤੁਹਾਨੂੰ ਨਹੀਂ ਦੱਸਦਾ, ਮੈਂ ਪਤਾ ਨਹੀਂ ਕਿੰਨੇ ਕੁ ਝੂਠ ਬੋਲਦਾ ਹੈ, ਤੇ ਐਉਂ ਇੱਕ ਦੂਜੇ ਦਾ ਪਤਾ ਕਿਸੇ ਨੂੰ ਨਹੀਂ ਦੱਸਣ ਦੀ ਵੀ ਲੋੜ ਨਹੀਂ, ਕਿਉਂਕਿ ਸਾਨੂੰ ਇਹ ਲੱਜਾ ਆਉਂਦੀ ਹੈ ਜਦੋਂ ਇਹ ਕੰਮ ਕਰਾਂਗੇ। ਪਰ ਪਤਾ ਮੈਨੂੰ ਵੀ ਹੁੰਦਾ ਵੀ ਮੈਂ ਕਿੱਥੇ ਝੂਠ ਬੋਲਦਾ, ਤੇ ਪਤਾ ਤੁਹਾਨੂੰ ਵੀ ਹੁੰਦਾ। ਉਦੋਂ ਸੰਕੋਚ ਕਰਨੀ ਬਈ ਮੈਂ ਝੂਠ ਨਾ ਬੋਲਾਂ। ਨਹੀਂ ਕਿਸੇ ਨੂੰ ਕੋਈ ਦੇ ਸਕਦੇ, ਤੁਰਤ ਜਵਾਬ ਦੇ ਦਿਓ ਵੀ ਨਹੀਂ ਗੁਰਮੁਖਾ ਇਹ ਨਹੀਂ ਹੋ ਸਕਦਾ, ਇਹ ਨਹੀਂ ਮੈਂ ਕਰ ਸਕਦਾ, ਮੈਂ ਤੇਰੀ ਮਦਦ ਨਹੀਂ ਕਰ ਸਕਦਾ, ਮੈਂ ਤੇਰੇ ਕੋਲ ਨਹੀਂ ਆ ਸਕਦਾ, ਮੈਂ ਤੇਰਾ ਕਾਰਜ ਨਹੀਂ ਕਰ ਸਕਦਾ। ਜਵਾਬ ਦੇ ਦਿਓ, ਉਹਨੇ ਗੜੀ ਤਲਵਾਰ ਧਰੀ ਹੋਈ ਹੈ। ਪਰ ਝੂਠ ਨਾ ਬੋਲੋ, ਝੂਠਾ ਦਾਵਾ ਨਾ ਕਰੋ, ਔਰ ਝੂਠ ਨੂੰ ਨਾ ਹਿਰਦੇ 'ਚ ਵਸਾਓ। ਜਦੋਂ ਪਤਾ ਲੱਗ ਜਾਂਦਾ ਇਹਨਾਂ ਝੂਠ ਨੂੰ ਘਟਾਉਣ ਦਾ ਯਤਨ ਕਰੀਏ ਤੇ ਸੱਚ ਨੂੰ ਵਧਾਉਣ ਦਾ ਯਤਨ ਕਰੀਏ। ਜਿਵੇਂ ਸੱਚ ਵਧਣ ਲੱਗ ਪਿਆ ਨਾ, ਇਹ ਸਮਝ ਲੈਣਾ ਅੰਦਰੋਂ ਪਰਮਾਤਮਾ ਵੱਲ ਨੂੰ ਕਦਮਾਂ ਚੱਲ ਪਈਆਂ ਨੇ, ਪਰਮਾਤਮਾ ਵੱਲ ਨੂੰ ਚੱਲ ਪਈਆਂ। ਜਦੋਂ ਇਹ ਪਤਾ ਲੱਗਣ ਲੱਗ ਪਿਆ ਨਾ ਝੂਠ ਬੋਲਣਾ ਪੈਣਾ ਤੇ ਇਹਦੇ ਤੋਂ ਮੈਂ ਗੁਰੇਜ਼ ਕਰਾਂ, ਸਮਝਣਾ ਵੀ ਅਸੀਂ ਝੂਠ ਨੂੰ ਪਿੱਛੇ ਧੱਕਣ ਲੱਗ ਪਏ। ਹੁਣ ਇਹਨੂੰ ਪਿੱਛੇ ਲਾ ਦੇਣਾ, ਆਪਣੇ ਜਿਹਨ ਦੇ ਵਿੱਚੋਂ ਪਰੇ ਕਰ ਦੇਣਾ। ਐਉਂ ਕਰਕੇ ਝੂਠ ਸਾਡੇ ਜੀਵਨ ਵਿੱਚੋਂ ਘਟ ਜਾਵੇਗਾ। ਸੱਚ ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦੇ ਅੰਦਰ ਵੱਧ ਜਾਵੇਗਾ। ਫਿਰ ਸਾਡਾ ਆਇਆ ਹੋਇਆ ਸਫਲਾ ਹੋ ਜਾਵੇਗਾ। ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸਤਿਗੁਰੂ ਗਰੀਬ ਨਵਾਜ਼ ਦੇ ਜੋ ਬਚਨ ਨੇ, ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਦੇ ਦੁਆਰਾ ਜੋ ਬਖਸ਼ਿਸ਼ ਕੀਤੇ, ਉਹ ਗੁਰਮੁਖ ਤੇ ਮਨਮੁਖ ਦੀ ਦਸ਼ਾ ਨੂੰ ਆਪਾਂ ਤੁਸ਼ ਬੁੱਧੀ ਦੇ ਨਾਲ ਪੜ੍ਹਨ ਸੁਣਨ ਦਾ ਯਤਨ ਕੀਤਾ ਹੈ। ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਨ, ਸਾਨੂੰ ਪੜ੍ਹਨ ਸੁਣਨ ਵਾਲਿਆਂ ਨੂੰ ਸਮੱਤ ਦਾ ਦਾਨ ਬਖਸ਼ਿਸ਼ ਕਰਨ ਤੇ ਹਿੰਮਤ ਬਖਸ਼ਣ। ਅਸੀਂ ਸੱਚ ਦੇ ਗ੍ਰਹਿਣਕਾਰੀ ਬਣੀਏ ਤੇ ਝੂਠ ਦਾ ਤਿਆਗ ਕਰ ਸਕੀਏ। ਸਾਡੇ ਹਿਰਦੇ ਅੰਦਰ ਵੀ ਸੱਚ ਹੋਵੇ ਤੇ ਬਾਹਰੋਂ ਵੀ ਅਸੀਂ ਸੱਚ ਦਾ ਸਾਥ ਦੇਈਏ, ਸੱਚ ਵਾਲੇ ਪਾਸੇ ਤੁਰੀਏ ਔਰ ਸਤਿਗੁਰੂ ਨਾਲ ਜੁੜੀਏ। ਵਹਿਮਾਂ ਭਰਮਾਂ ਪਖੰਡਾਂ ਦੰਭੀਆਂ ਤੋਂ ਬਚੀਏ। ਸਾਡਾ ਆਇਆ ਸਫਲਾ। ਬੇਅੰਤ ਭੁੱਲਾਂ ਦੀ ਖਿਮਾ। ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ